नमस्कार भाई दोस्तों। शहीद भाई जसवंत सिंह खालड़ा याद होगा आप लोगों को, जिनके नाम पर पंजाब 95 मूवी बनी है। अगर उनका अंतिम जो उनका लिया गया था इंटरव्यू, वो इंटरव्यू सुन लोगे ना, आपको समझ में आ जाएगा कि सिर्फ कांग्रेस ही नहीं, बीजेपी को भी क्यों दिक्कत हो रही है पंजाब 95 से। पूरी दिक्कत समझ में आ जाएगी। और जो मनदीप सिंह सनी भाई है, संदीप सिंह सनी का भाई, जो चुनाव में खड़ा है, जिमनी चुनाव तरन के अंदर जो हो रहे हैं, उनके समर्थन में सभी आगे हैं। शहीद भाई जसवंत सिंह खालड़ा जी के घर वाले जी ने भी बड़ा बड़ा अच्छा संदेश दिया है, सभी को सुनना चाहिए। ये दोनों अगर आप सुन लोगे ना, आपको बहुत कुछ समझ में आ जाएगा कि सरकारों को दिक्कत क्यों होती है भाई। और हाँ, भगवंत मान संसद में खड़ा होकर तो कहता था सोशल मीडिया पर बहुत सच्चाई होती है, फिर उसी सोशल मीडिया की सच्चाई से डर क्यों गया? अब क्यों डर रहा है? खुद भगवंत मान ने बोला था, ये बात हम नहीं कह रहे हैं, आप सुन सकते हो भगवंत मान ने क्या बोला था। ठीक है, खुद तो आप खड़े होकर बोल देते हो और फिर उसके बाद आप खुद ही मना कर देते हो कि भाई नहीं, ये नहीं होगा, ये गलत है। बड़े कमाल की बात है भाई, कौन सी चीज को गलत मानने और कौन सी को ठीक मानने। भगवंत मान के बोल हुए कोई गलत मान ले क्या? चलो ठीक है, पहले तो ना आप सुनिए जो ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਵਾਸੀਓ ਤੇ ਖਾਸ ਕਰਕੇ ਤਰਨ ਤਾਰਨ ਦੇ ਵਾਸੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਓ ਭਰਪੂਰ। ਤਰਨ ਤਾਰਨ ਹਲਕੇ ਦੇ ਵੋਟਰੋ, ਭੈਣੋ ਤੇ ਭਰਾਵੋ, 11 ਨਵੰਬਰ ਨੂੰ ਇਸ ਹਲਕੇ ਤੋਂ ਹੋਣ ਜਾ ਰਹੀ ਜਿਮਨੀ ਚੋਣ ਨੇ ਪੰਥ ਨੂੰ ਇਮਤਿਹਾਨ ਵਿੱਚ ਪਾ ਦਿੱਤਾ ਹੈ। ਇੱਕ ਬੰਨੇ ਕਾਂਗਰਸੀ, ਭਾਜਪਾਈ, ਕੇਜਰੀਵਾਲ ਕੇ ਤੇ ਬਾਦਲ ਕੇ ਹਨ, ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੋਂਦ ਨੂੰ ਮਿਟਾਉਣਾ, ਸਿੱਖਾਂ ਦੀ ਕੁੱਲ ਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ। ਇਹਨਾਂ ਦਾ ਏਜੰਡਾ ਹੈ ਜਾਇਦਾਦਾਂ ਦੇ ਅੰਬਾਰ ਲਾਉਣ ਦਾ, ਸਿੱਖਾਂ ਨੂੰ ਅੱਤਵਾਦੀ ਠਹਿਰਾਉਣ ਦਾ। ਇਹਨਾਂ ਦਾ ਏਜੰਡਾ ਹੈ ਨਸ਼ੇ ਫੈਲਾਉਣ ਦਾ, ਬੇਅਦਬੀਆਂ ਕਰਾਉਣ ਦਾ। ਇਹਨਾਂ ਦਾ ਏਜੰਡਾ ਹੈ ਮਨੂਵਾਦ ਤੇ ਕਾਰਪੋਰੇਟ ਘਰਾਣਿਆਂ ਦਾ ਬੋਲਬਾਲਾ ਕਰਾ ਕੇ ਕਿਸਾਨਾਂ, ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ। ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਧਾਮਾਂ ਵਿੱਚੋਂ ਸਨਮਾਨ ਪਾਉਣਾ। ਦੂਜੇ ਬੰਨੇ ਤਰਨ ਤਾਰਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ, ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ। ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ। ਭਾਈ ਮਨਦੀਪ ਸਿੰਘ ਉਹ ਭਾਈ ਸੰਦੀਪ ਸਿੰਘ ਦਾ ਭਾਈ ਹੈ, ਜੋ ਦੁਸ਼ਟਾਂ ਖਿਲਾਫ ਜੰਗ ਲੜਦਿਆਂ जेल ਵਿੱਚ है। आप बाकी तकरीबन सबने इंटरव्यू सुन लिया होगा, लेकिन सबसे बड़ी बात थी कि वो इंटरव्यू कौन सा था जिसके कारण इतनी तकलीफ होगी आलिया सरकार को भी, कांग्रेस को तो होनी थी, क्योंकि जसवंत सिंह खालड़ा भाई ने जो वो किया था, जो खुलासे किए थे, उस टाइम पे तो कांग्रेस की सरकार थी ना। लेकिन बीजेपी को दिक्कत क्यों हो रही है पंजाब 95 से? आप पूरा सुनना, ध्यान से जरूर सुनना जो शहीद भाई जसवंत सिंह खालड़ा ने बोला है। ਕਾਂਗਰਸ ਤੇ ਬੀਜੇਪੀ ਦਾ ਮੁਕਾਬਲਾ ਹਿੰਦੂ ਰਾਸ਼ਟਰ ਦਾ ਰਾਮ ਮੰਦਿਰ ਦੇ ਰੂਪ ਦੇ ਵਿੱਚ ਬਿਲਕੁਲ ਉੱਭਰ ਕੇ ਸਾਹਮਣੇ ਆਇਆ ਤੇ ਅਸਲ 'ਚ ਬਾਬਰੀ ਮਸਜਿਦ ਦਾ ਸ਼ਹੀਦ ਹੋਣਾ ਹਿੰਦੁਸਤਾਨ ਦੇ ਸੋ ਕਾਲਡ ਸੈਕੂਲਰਿਜ਼ਮ ਦਾ ਮਰਨਾ ਸੀਗਾ। ਤੇ ਉਸ ਤੋਂ ਬਾਅਦ ਜੋ ਕੁਝ ਵਾਪਰ ਰਿਹਾ ਹੈ, ਇਹ ਸਭੈਕੀ ਆ ਕਿ ਹੁਣ ਉਹ ਜਿਹੜਾ ਰਾਮ ਰਾਜ ਸੈਕੂਲਰਿਜ਼ਮ ਦੇ ਨਾਂ ਦਾ ਪਰਦਾ ਪਾਈ ਬੈਠਾ ਸੀ, ਉਹ ਪਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗੋਲਾਬਾਰੀ ਹੋਣ ਤੇ ਜਾਂ ਬਾਬਰੀ ਮਸਜਿਦ ਦੇ ਸ਼ਹੀਦ ਹੋਣ ਤੋਂ ਬਾਅਦ ਲੈ ਚੁੱਕਾ ਹੈ। ਉਹਦਾ ਹੁਣ ਅਸਲੀ ਰੂਪ ਸ਼ਿਵ ਸੈਨਾ ਤੇ ਬੀਜੇਪੀ ਦੇ ਅਲਾਇੰਸ ਨੇ ਵੀ ਦਿਖਾਇਆ ਤੇ ਅਸੀਂ ਸੋਚਦੇ ਹਾਂ ਕਿ ਇਹ ਹਿੰਦੁਸਤਾਨ ਦੀ ਸਿਆਸਤ ਨੂੰ ਸਪਸ਼ਟ ਕਰਨ ਦੇ ਵਿੱਚ ਕਾਫੀ ਸਹਾਈ ਹੋਊਗਾ, ਕਿਉਂਕਿ ਇਹ ਭਾਰਤੀ ਰਾਜ ਜੋ ਸੀ ਉਹਦੀ ਤਸਵੀਰ ਛੇਤੀ ਸਾਹਮਣੇ ਆਉਣ ਵਾਲੀ ਆ ਤੇ ਸਾਡੇ ਵਾਸਤੇ ਇਹ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਵੱਲ ਵੀ ਇੱਕ ਕਦਮ ਖੜੇਗਾ ਤੇ ਦੁਨੀਆ ਜੋ ਕਿ ਸਾਨੂੰ ਕਮਿਊਨਲ ਤੇ ਭਾਰਤੀ ਰਾਜ ਨੂੰ ਸੈਕੂਲਰ ਸਾਬਤ ਕਰਦੀ ਹੈ, ਉਹ ਦੇਖ ਲਵੇਗੀ ਕਿ ਅਸਲ 'ਚ ਭਾਰਤ ਦਾ ਜਿਹੜਾ ਅਸਲੀ ਚਿਹਰਾ ਵਾ ਉਹ ਕੀ ਆ। ਤੇ ਮੈਂ ਸਮਝਦਾ ਕਿ ਬੀਜੇਪੀ ਤੇ ਸ਼ਿਵ ਸੈਨਾ ਜੋ ਹਿੰਦੂਤਾ ਦਾ ਖੁੱਲ੍ਹੇਆਮ ਐਲਾਨ ਕਰਕੇ ਤੇ ਬੰਬਈ ਤੇ ਮਹਾਰਾਸ਼ਟਰ 'ਚੋਂ ਗੈਰ ਭਾਰਤੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਨੇ, ਉਹ ਗੱਲ ਇਸ ਥਾਂ ਦੇ ਉੱਤੇ ਆ ਕੇ ਸਾਡੇ ਸਾਰਿਆਂ ਵਾਸਤੇ ਇੱਕ ਸਾਂਝੀ ਬਣ ਜਾਊਗੀ ਕਿ ਜਿਹੜੇ ਲੋਕ ਜਿਸ ਧਰਤੀ ਨਾਲ ਪਿਆਰ ਕਰਦੇ ਨੇ
ਉਹ ਉਸ ਧਰਤੀ ਤੇ ਰਹਿਣ ਤੇ ਇਹਨਾਂ ਦੇ ਆਧਾਰ ਦੇ ਉੱਤੇ ਅਸੀਂ ਆਉਣ ਵਾਲੇ ਸਮੇਂ 'ਚ ਸਾਊਥ ਏਸ਼ੀਆ ਦੀ ਰੀਡਿਵੀਜ਼ਨ ਕਰ ਸਕਦੇ ਹਾਂ। ਤੇ ਮੈਂ ਮਤਲਬ ਇਸ ਗੱਲ ਬਾਰੇ ਵੀ ਮੈਨੂੰ ਕੋਈ ਭੁਲੇਖਾ ਨਹੀਂ ਕਿ ਦੱਖਣੀ ਏਸ਼ੀਆ ਦੇ ਵਿੱਚ ਇਤਿਹਾਸ ਪੜ੍ਹੀਏ ਤਾਂ ਕਦੇ ਵੀ 50 ਸਾਲ ਤੋਂ ਵੱਧ 51ਵੇਂ ਸਾਲ 'ਚ ਬਾਉਂਡਰੀ ਜਿਹੜੀਆਂ ਨੇ ਫਿਕਸ ਨਹੀਂ ਰਹੀਆਂ, ਤਬਦੀਲੀ ਹੁੰਦੀ ਆਈ ਹੈ ਤੇ ਉਹ ਤਬਦੀਲੀ ਜਿਹੜੀ ਆ ਉਹ ਗੈਰ ਕੁਦਰਤੀ ਨਹੀਂ। ਤੇ ਜੇ ਇਸ ਆਧਾਰ ਦੇ ਉੱਤੇ ਜਿਵੇਂ ਕਿ ਉਹ ਕੋਸ਼ਿਸ਼ ਕਰ ਰਹੇ ਨੇ ਦੇਸ਼ ਨੂੰ ਰੂਪ ਦੇਣ ਦਾ, ਸਿੱਖ ਸਿਆਸਤ ਉਹਨੂੰ ਵੈਲਕਮ ਕਰੂਗੀ ਕਿ ਜੇ ਉਹ ਸਪਸ਼ਟ ਤੌਰ ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹਣ ਤਾਂ ਫਿਰ ਜਿਹੜੀਆਂ ਦੂਜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਨੂੰ ਕੋਈ ਆਪੋ ਆਪਣੇ ਕੌਮੀ ਘਰ ਉਹਨਾਂ ਨੂੰ ਦੇਣੇ ਪੈਣਗੇ। ਖਰੜ ਸਾਹਿਬ, ਮੇਰਾ ਜਿਹੜਾ ਅਗਲਾ ਕੁਐਸਚਨ ਹੈ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਬਾਰੇ ਹੈ। ਜੋ 80ਵੇਂ ਦਹਾਕੇ ਦੇ ਵਿੱਚ ਜੋ ਸ਼ੁਰੂ ਵਿੱਚ ਸੰਤ ਭਿੰਡਰਾਂਵਾਲਿਆਂ ਦਾ ਜੋ ਰੋਲ ਉੱਭਰ ਕੇ ਸਿੱਖ ਇਤਿਹਾਸ ਵਿੱਚ ਸਾਹਮਣੇ ਆਇਆ, ਅੱਜ ਦੀ ਹਿੰਦੁਸਤਾਨ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਉਸਨੇ ਉੱਥੇ ਅੱਤਵਾਦੀ ਪਾਲੇ ਹੋਏ ਸਨ। ਭਿੰਡਰਾਂਵਾਲਾ ਆਪ ਵੀ ਇੱਕ ਅੱਤਵਾਦੀ ਸੀ ਤੇ ਅਸੀਂ ਸਿੱਖਾਂ ਦਾ ਜੋ ਹਰਮੰਦਰ ਸਾਹਿਬ, इसका जवाब आपको अगले उसमें सुनाएंगे। जो दिया था ना शहीद भाई जसवंत सिंह कालरा जी ने जो जवाब दिया था वो अगले में बताएंगे। अब पता लगा अमेरिका के अंदर क्यों इंटरनेशनल स्कूल बना शहीद भाई जसवंत सिंह कालरा के नाम से, क्यों अमेरिका के अंदर एक पार्क बना शहीद भाई जसवंत सिंह कालरा के नाम से, क्यों पंजाब 95 को रिलीज होने से रोका जा रहा है इंडिया के अंदर। अगर अभी भी किसी की समझ में नहीं आया तो फिर आपको समझ में ही नहीं आएगा। बहुत ही सीधे और स्पष्ट शब्दों में शहीद जसवंत भाई सिंह कालरा भाई बोल के चले गए थे कि अगर ये अपना चिंटू राष्ट्र बनाना चाहते तो बना ले, फिर लेकिन दूसरे जो धर्म है वो भी अपना राष्ट्र बनाएंगे। दिक्कत यहां पे थी असली, और यही वो मेन दिक्कत है जो इनको हो रही है। आप लोग लेकिन समझ नहीं पा रहे हो। आपके लिए पता नहीं कहां से निकाल के लाने पड़ते हैं शहीद भाई जसवंत सिंह कालरा जी के इंटरव्यू निकाल के लाने पड़ते हैं, और जो संतों के बारे में बोला वो सुनोगे तो शायद तुम्हारे कानों से धुआं निकलना शुरू हो जाएगा। जैसे अभी तुमने पूरी रात पटाखे जलाए और सुबह उठ कर क्या बोल रहे हो, पंजाब के किसानों ने पराली जला दी जी, दिल्ली का वातावरण दूषित हो गया, जहरीला वातावरण हो गया दिल्ली का। बड़े कमाल की बात है भाई, हरियाणा को क्रॉस करके कैसे दिल्ली जा रहा है। ये पंजाब के किसान भी जादूगर है मेरे ख्याल में तो भाई, डायरेक्ट धुआं कैसे पहुंचा देते हैं, सीधा डायरेक्ट दिल्ली कनॉट पैलेस में लैंड करता है इनका धुआं, हरियाणा में कहीं आता ही नहीं। डरो मत, हरियाणा और यूपी का भी नाम ले दिया आप दिल्ली वालों ने कि हरियाणा और यूपी के किसान भी पराली जलाते हैं जिससे दिल्ली का धुआं जहरीला हो रहा है, लेकिन सबसे पहले पंजाब वाले करते हैं। ये जादूगर है ना, डायरेक्ट धुएं को वहां पहुंचा देते हैं। कमाल की बात है भाई, ऐसे ढक्कनों का देश है भाई ये, और बड़े कमाल के ढक्कन है यहाँ पे, एक से बढ़कर एक। ये चिंटू मिंटू तैयार रहना, झिंगालाला हुर्र का टाइम आने वाला है। चलने लगा तुम्हारे घरों पे बुलडोजर, दूसरों के घर पर चल रहा था तो बड़े खुश हो रहे थे हैं, जब खुद की बारी आई तो अब लेके कटोरा हो जाओ शुरू। तुम्हारा प्याऊ प्याऊ तुम्हारे को कुछ ना दे तो तुम्हारे हाथ में कटोरा ही आएगा। ये है वही रीजन जो पंजाब 95 फिल्म को रिलीज होने से रोका जा रहा है, ये है वो असली रीजन। अब आप लोगों को समझ में आया होगा, और अभी भी किसी के समझ में नहीं आया तो बता देना भाई। आप लोगों की क्या राय है इसके बारे में, आप अपनी राय रखना, आपकी राय का इंतजार रहेगा क्योंकि आपकी राय बहुत महत्वपूर्ण है। सभी साथियों को राम राम, नमस्कार, आदाब, सत श्री अकाल। वीडियो को ज्यादा से ज्यादा शेयर, चैनल को सब्सक्राइब, बेल आइकन को जरूर दबाना दोस्तों। ऑफिशियल दीपक फौजी यूट्यूब चैनल, बात हक और सच की करेंगे, हक सच की बात हम करेंगे। वीडियो को शेयर करने की जिम्मेवारी आप लोगों की है। गज के आखो वाहेगुरु जी का खालसा, वाहेगुरु जी की फतेह।